हाँ जी बच्चों, 8वीं क्लास ਦੇ ਬੱਚਿਓ, ਇਹ ਜਿਹੜੀ ਤੁਹਾਡੀ ਅਸਾਈਨਮੈਂਟ ਆਈ ਸੀਗੀ ਇਹ ਮੈਂ ਕੱਲ੍ਹ ਵਾਲੀ ਡਿਸਕਸ ਕਰ ਰਿਹਾ। ਅੱਜ ਵਾਲੀ ਵੀ ਮੈਂ ਨਾਲ ਡਿਸਕਸ ਕਰਾਂਗਾ। ਹੁਣ ਇਹਦੇ ਵਿੱਚ ਚੈਪਟਰ ਆਪਣਾ ਜਿਹੜਾ ਸ਼ੁਰੂ ਹੋਇਆ ਕਿਊਬ ਐਂਡ ਕਿਊਬ ਰੂਟ, ਜਿਹਨੂੰ ਪੰਜਾਬੀ 'ਚ ਆਪਾਂ ਘਣ ਅਤੇ ਘਣਮੂਲ, ਨਾਲ ਮੈਂ ਇੰਗਲਿਸ਼ ਵੀ ਦੱਸੀ ਜਾਵਾਂਗਾ। ਹੁਣ ਇਹਦੇ ਵਿੱਚ ਜਿਹੜਾ ਘਣ ਅਤੇ ਘਣਮੂਲ ਹੈ, ਜਾਂ ਆਪਾਂ ਗੱਲ ਕਰੀਏ ਪਹਿਲਾਂ ਆਪਾਂ ਘਣ ਦੀ ਇੰਗਲਿਸ਼ 'ਚ, ਜਿਹਦੇ ਨਾਲ ਮੈਂ ਤੁਹਾਨੂੰ ਦੱਸ ਰਿਹਾ ਕਿਊਬ ਹੈ। The word cube is used in geometry. A cube is a solid figure which has all its sides equal. मतलब ਕੀ ਹੈ, ਇਹ ਇੱਕ ਜਿਹੜਾ ਹੈਗਾ ਠੋਸ ਚਿੱਤਰ ਹੈ ਜਿਸ ਦੀ ਲੰਬਾਈ ਚੌੜਾਈ ਅਤੇ ਉਚਾਈ ਜਿਹੜੀ ਉਹ ਬਰਾਬਰ ਹੁੰਦੀ, ਉਹਨੂੰ ਆਪਾਂ ਘਣ ਕਹਿੰਦੇ ਹਾਂ। ਜਿਹਦੀ ਲੰਬਾਈ ਚੌੜਾਈ ਉਚਾਈ ਬਰਾਬਰ ਨਾ ਹੋਵੇ ਉਹ ਆਪਾਂ ਘਨਾਵ ਹੁੰਦਾ। ਉਹ ਆਪਾਂ ਛੋਟੀਆਂ ਕਲਾਸਾਂ 'ਚ ਵੀ ਪੜ੍ਹਿਆ ਹੈਗਾ, ਅਤੇ ਅੱਜ ਆਪਾਂ ਘਣ ਦੀ ਗੱਲ ਕਰ ਰਹੇ ਹਾਂ। ਹੁਣ ਆਪਾਂ ਚਲੋ ਇਹਦੇ ਵਿੱਚ ਤਾਂ ਇਹ ਫਿਗਰ ਦੀ ਗੱਲ ਹੋ ਗਈ। ਵੈਸੇ ਜਿਹੜਾ ਘਣ ਦਾ ਮਤਲਬ, ਕਿਊਬ ਦਾ ਮਤਲਬ ਆਪਾਂ ਕਿਸੇ ਵੀ ਰਕਮ ਨੂੰ 3 ਵਾਰੀ ਜਿਹੜਾ ਹੈਗਾ ਉਹ ਗੁਣਾ ਕਰਨਾ। ਜਿੱਦਾਂ ਦੇਖੋ ਜੀ, 2 ਦਾ ਜਿਹੜਾ ਘਣ ਹੈ, 2 ਨੂੰ 3 ਵਾਰੀ ਗੁਣਾ ਕੀਤਾ, 2 ਦੂਣੀ 4, 4 ਦੂਣੀ 8। ਇਸੇ ਤਰ੍ਹਾਂ ਅੱਜ ਥੱਲੇ ਘਣ ਲਿਖੇ ਹੋਏ 1 ਦਾ ਘਣ, 1 ਦਾ ਘਣ ਮਤਲਬ 1 ਨੂੰ 3 ਵਾਰੀ ਗੁਣਾ ਕੀਤਾ, 1 ਗੁਣਾ 1 ਗੁਣਾ 1। 2 ਦਾ ਘਣ 2 ਗੁਣਾ 2 ਗੁਣਾ 2। 3 ਦਾ ਘਣ 3 ਗੁਣਾ 3 ਗੁਣਾ 3। 4 ਦਾ ਘਣ 4 ਗੁਣਾ 4 ਗੁਣਾ 4, 64। 5 ਦਾ ਘਣ 125। 6 ਦਾ ਘਣ ਮਤਲਬ ਕਿਊਬ ਉਹਦਾ 216, 216, 216। 7 ਦਾ 343। 8 ਦਾ 512, ਮਤਲਬ 8 ਨੂੰ 3 ਵਾਰੀ ਆਪਾਂ ਗੁਣਾ ਕਰਨਾ ਹੈ। ਸੋ ਇਹ ਘਣ ਦਾ ਮਤਲਬ ਹੁੰਦਾ। ਪਹਿਲੀ ਗੱਲ ਤਾਂ ਇਹ ਕਲੀਅਰ ਹੋਣੀ ਚਾਹੀਦੀ, ਘਣ ਦਾ ਮਤਲਬ ਕੀ ਹੈ, ਘਣ ਨੂੰ 3 ਵਾਰੀ ਆਪਾਂ ਗੁਣਾ ਕਰਨਾ ਹੈ। ਠੀਕ ਹੈ ਬੱਚਿਓ। ਹੁਣ ਇਹਦੇ ਵਿੱਚ ਜਿਹੜਾ ਹੈਗਾ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ 1 ਹੈ ਉਹ 1 ਨੂੰ 3 ਵਾਰੀ ਗੁਣਾ ਕੀਤਾ। 8 ਜਿਹੜਾ 2 ਨੂੰ 3 ਵਾਰੀ ਗੁਣਾ ਕੀਤਾ। 27 ਵਿੱਚ 3 ਨੂੰ 3 ਵਾਰੀ ਗੁਣਾ ਕੀਤਾ, ਮਤਲਬ 1, 8, 27। ਇਹ ਸਾਡੀਆਂ ਜਿਹੜੀਆਂ ਪੂਰਨ ਘਣ ਹਨ, ਪਰਫੈਕਟ ਕਿਊਬ ਜਿਹਨੂੰ ਆਪਾਂ ਕਹਿ ਦਈਦਾ ਹੈਗਾ। ਕਿ ਮਤਲਬ ਕੀ ਹੈ ਕਿ ਜਿਹੜਾ 1 ਹੈ ਉਹ 3 ਵਾਰੀ 1 ਨੂੰ ਗੁਣਾ ਕਰਕੇ ਆ ਜਾਂਦਾ। 8 ਜਿਹੜਾ ਹੈ ਉਹ 3 ਵਾਰੀ ਕਿਹਨੂੰ ਗੁਣਾ ਕਰਕੇ ਆਉਂਦਾ, 2 ਨੂੰ। 27 3 ਵਾਰੀ 3 ਨੂੰ। ਹੁਣ ਤੁਸੀਂ ਦੇਖੋ, ਕੋਈ ਇੱਦਾਂ ਦੀ ਸੰਖਿਆ ਹੈਗੀ ਹੈ, ਕੋਈ ਇੱਦਾਂ ਦੀ ਸੰਖਿਆ ਸਾਡੇ ਕੋਲ ਨੈਚੁਰਲ ਨੰਬਰ ਹੈਗਾ ਜਿਹਨੂੰ 3 ਵਾਰ ਗੁਣਾ ਕਰਨ 'ਤੇ 9 ਪ੍ਰਾਪਤ ਹੋ ਜਾਵੇ? ਕੋਈ ਹੈ ਇੱਦਾਂ ਦੀ ਸੰਖਿਆ? ਦੇਖੋ ਨਹੀਂ। ਤਾਂ ਆਪਾਂ ਦੇਖਦੇ ਹਾਂ ਕਿ ਕਿਸੇ ਵੀ ਰਕਮ ਨੂੰ 3 ਵਾਰੀ ਗੁਣਾ ਕਰਨ 'ਤੇ, ਹੁਣ ਤੁਸੀਂ 8 ਦੇਖਿਆ, 2 ਦੂਣੀ 4 ਦੂਣੀ 8 ਆਇਆ ਸੀ ਸਾਡੇ ਕੋਲ। ਠੀਕ ਹੈ ਜੀ। ਉਹ 8 ਜਿਹੜਾ 2 ਨੂੰ 3 ਵਾਰੀ ਗੁਣਾ ਕਰਨ 'ਤੇ 9, ਇੱਦਾਂ ਦੀ ਰਕਮ, ਕੋਈ ਰਕਮ ਇੱਦਾਂ ਦੀ ਨਹੀਂ ਹੈ ਜਿਹਨੂੰ 3 ਵਾਰੀ ਗੁਣਾ ਕਰਾਂਗੇ ਅਤੇ 9 ਆ ਜਾਵੇ। ਇਸ ਕਰਕੇ 9 ਜਿਹੜੀ ਹੈ ਉਹ ਪੂਰਨ ਘਣ, ਪਰਫੈਕਟ ਕਿਊਬ ਨਹੀਂ ਹੈ। ਤੋ ਇਹ ਸਾਡੇ ਕੋਲ ਕਲੀਅਰ ਹੋ ਗਿਆ ਕਿ ਜਿਹੜਾ ਸਾਡੇ ਕੋਲ ਪੂਰਨ ਘਣ ਕੀ ਹੈ। ਪੂਰਨ ਘਣ ਦਾ ਮਤਲਬ ਕੋਈ ਰਕਮ ਆਪਾਂ ਇੱਦਾਂ ਦੀ ਲੱਭਣੀ ਹੈ ਕਿ ਜਿਹਨੂੰ 3 ਵਾਰੀ ਗੁਣਾ ਕਰਕੇ ਉਹ ਪ੍ਰਾਪਤ ਹੋ ਜਾਵੇ। ਹੁਣ 8 ਪੂਰਨ ਘਣ ਹੈਗੀ ਹੈ, 27 ਪੂਰਨ ਘਣ ਹੈਗੀ ਹੈ, 1 ਪੂਰਨ ਘਣ ਹੈਗੀ ਹੈ, 9 ਜਿਹੜਾ ਉਹ ਪੂਰਨ ਘਣ ਨਹੀਂ ਹੈ। ਇਸੇ ਤਰ੍ਹਾਂ 10 ਵੀ ਪੂਰਨ ਘਣ ਨਹੀਂ ਹੈ, ਪਰਫੈਕਟ ਕਿਊਬ ਨਹੀਂ ਹੈ, ਕਿਉਂਕਿ ਕੋਈ ਵੀ ਇੱਦਾਂ ਦੀ ਰਕਮ ਨਹੀਂ ਹੈਗੀ ਜਿਹਨੂੰ ਅਸੀਂ 3 ਵਾਰ ਗੁਣਾ ਕਰਾਂਗੇ ਅਤੇ ਸਾਡੇ ਕੋਲ ਜਿਹੜਾ 10 ਆ ਜਾਵੇ। 11, 12, ਇਸੇ ਤਰ੍ਹਾਂ। ਤੋ ਇਹ ਜਿਹੜਾ ਹੈਗਾ ਸਾਡੇ ਕੋਲ ਕੋਈ ਇੱਦਾਂ ਦੀ ਰਕਮ ਨਹੀਂ ਹੈ। ਅਤੇ ਜਿਹੜੀ 10 ਨੂੰ ਮਤਲਬ 10 ਜਿਹੜਾ ਹੈਗਾ, ਕੋਈ ਵੀ ਇੱਦਾਂ ਦੀ ਰਕਮ ਨਹੀਂ ਜਿਹਨੂੰ 3 ਵਾਰ ਗੁਣਾ ਕਰੀਏ 10 ਆ ਜਾਵੇ ਜਾਂ 11 ਆ ਜਾਵੇ। ਅਤੇ ਸੋ ਪੂਰਨ ਘਣ ਉਹ ਰਕਮ ਹੈ ਜਿਹਨੂੰ 3 ਵਾਰੀ ਗੁਣਾ ਕਰਕੇ ਉਹ ਰਕਮ ਆ ਜਾਵੇ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਪੂਰਨ ਘਣ। ਤਾਂ ਇਹ ਸੀਗਾ ਪੂਰਨ ਘਣ ਬਾਰੇ। ਹੁਣ ਇਹਦੇ ਵਿੱਚ ਜਿਹੜਾ ਦੂਸਰਾ ਪੁਆਇੰਟ ਹੈ, ਇੰਗਲਿਸ਼ ਵਿੱਚ ਵੀ ਪਹਿਲਾਂ ਮੈਂ ਨਾਲ ਦੱਸ ਦਵਾਂ। ਇਫ ਦ ਪ੍ਰਾਈਮ ਫੈਕਟਰਾਈਜੇਸ਼ਨ ਆਫ ਏ ਨੰਬਰ, ਈਚ ਫੈਕਟਰ ਅਪੀਅਰ 3 ਟਾਈਮ, ਦੈਨ ਦ ਨੰਬਰ ਇਜ਼ ਏ ਪਰਫੈਕਟ ਕਿਊਬ। ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਜੇ ਕਿਸੇ ਸੰਖਿਆ ਦੇ ਅਭਾਜ ਗੁਣਨਖੰਡ, ਅਭਾਜ ਪ੍ਰਾਈਮ ਫੈਕਟਰਾਈਜੇਸ਼ਨ। ਹੁਣ ਅਭਾਜ ਗੁਣਨਖੰਡ ਕਿਹੜੇ ਹੁੰਦੇ ਆ? ਸਭ ਤੋਂ ਛੋਟਾ ਜਿਹੜਾ ਪ੍ਰਾਈਮ ਨੰਬਰ ਹੈ ਨਾ, ਉਹ ਹੈਗਾ ਸਾਡੇ ਕੋਲ 2। ਸਭ ਤੋਂ ਛੋਟਾ ਪ੍ਰਾਈਮ ਨੰਬਰ। ਪ੍ਰਾਈਮ ਨੰਬਰ ਹੁੰਦੇ ਕਿ ਜਿਹੜੇ ਸਿਰਫ ਆਪਣੇ ਆਪ ਨਾਲ ਭਾਗ ਹੁੰਦੇ ਆ ਅਤੇ 1 ਨਾਲ ਭਾਗ ਹੁੰਦੇ ਆ, ਹੋਰ ਕਿਸੇ ਸੰਖਿਆ ਨਾਲ ਭਾਗ ਨਹੀਂ ਹੁੰਦੇ, ਉਹਨਾਂ ਨੂੰ ਆਪਾਂ ਬੋਲਦੇ ਹਾਂ ਪ੍ਰਾਈਮ ਨੰਬਰਸ। ਠੀਕ ਹੈ ਬੱਚਿਓ। ਜਿੱਦਾਂ 2 ਹੈ ਸਭ ਤੋਂ ਛੋਟਾ, ਅਤੇ ਉਸ ਤੋਂ ਬਾਅਦ ਜਿਹੜਾ ਹੈਗਾ 3 ਹੈ, ਠੀਕ ਹੈ, 5 ਹੈ, 7 ਹੈ, 11 ਹੈ। 9 ਨੂੰ ਨਹੀਂ ਗਿਣਨਾ। 9 ਬੱਚੇ ਗਲਤੀ ਕਰਦੇ ਆ, 9 ਪ੍ਰਾਈਮ ਨੰਬਰ ਨਹੀਂ ਹੈ, ਕਿਉਂਕਿ 9 ਜਿਹੜਾ 1 ਨਾਲ ਵੀ ਭਾਗ ਹੋ ਜਾਂਦਾ, 3 ਨਾਲ ਵੀ ਭਾਗ ਹੋ ਜਾਂਦਾ। 9 ਆਪਣੇ ਆਪ ਨਾਲ ਤਾਂ ਹੋਣਾ ਹੀ ਹੋਣਾ। 2 ਗੁਣਨਖੰਡ ਕਿਸੇ ਵੀ ਰਕਮ ਦੇ ਪੱਕੇ ਹੁੰਦੇ, ਇੱਕ ਆਪਣੇ ਆਪ ਨਾਲ ਅਤੇ 1 ਨਾਲ। ਠੀਕ ਹੈ। ਅਤੇ ਜੇ ਉਹ ਸਿਰਫ 1 ਨਾਲ ਅਤੇ ਆਪਣੇ ਆਪ ਨਾਲ ਜਾਵੇ, ਉਹਨੂੰ ਅਭਾਜ ਗੁਣਨਖੰਡ ਕਹਿਣਾ ਹੈ। ਜਿਹੜਾ 2 ਤੋਂ ਜ਼ਿਆਦਾ 'ਤੇ ਜਾਵੇ, ਉਹ ਜਿਹੜਾ ਅਭਾਜ ਗੁਣਨਖੰਡ ਨਹੀਂ ਹੈ। ਤਾਂ ਇਹਦੇ ਵਿੱਚ ਕੀ ਕਿਹਾ ਕਿ ਜੇ ਕਿਸੇ ਸੰਖਿਆ ਦੇ ਅਭਾਜ ਗੁਣਨਖੰਡ ਵਿੱਚ ਹਰ ਇੱਕ ਅਭਾਜ ਗੁਣਨਖੰਡ
ਤਿੰਨੇ ਵਾਰ ਆਉਂਦਾ ਹੈ ਤਾਂ ਉਹ ਸੰਖਿਆ ਇੱਕ ਪੂਰਨ ਘਣ ਹੁੰਦੀ ਹੈ। ਹੁਣ ਅੱਗੇ ਦੇਖੋ ਆਪਾਂ ਕੁਐਸਚਨ ਡਿਸਕਸ ਕਰੀਏ। ਇਹਦੇ ਵਿੱਚ ਉਹਨਾਂ ਨੇ ਕਿਹਾ ਸੀ ਪਹਿਲਾਂ 12 ਦਾ ਘਣ ਪਤਾ ਕਰੋ। ਹੁਣ ਘਣ ਦਾ ਮਤਲਬ ਸਮਝਾਇਆ ਕਿ 12 ਨੂੰ ਆਪਾਂ 3 ਵਾਰ ਗੁਣਾ ਕਰਨਾ ਹੈ। 12 ਗੁਣਾ 12 144, 144 ਨੂੰ 12 ਨਾਲ ਗੁਣਾ ਕਰੋਗੇ 1728। 15 ਦਾ ਘਣ ਕਰੋ। 15 ਨੂੰ 3 ਵਾਰੀ ਗੁਣਾ ਕਰਨਾ ਹੈ। 15 ਨੂੰ 3 ਨਾਲ ਨਹੀਂ ਗੁਣਾ ਕਰਨਾ, 15 ਨੂੰ 3 ਵਾਰੀ ਗੁਣਾ ਕਰਨਾ। ਮੈਂ ਦੁਬਾਰਾ ਕਲੀਅਰ ਕਰ ਦਵਾਂ, 15 ਦੀ ਪਾਵਰ 3 ਹੈ। ਪਾਵਰ ਬੋਲਦੇ ਇਹਨੂੰ ਜਿਹੜੇ ਉੱਪਰ ਹੈ, ਠੀਕ ਹੈ, ਜਿਹਨੂੰ ਘਾਤ ਬੋਲ ਦਿੰਦੇ, ਘਾਤ ਅੰਕ ਪੰਜਾਬੀ ਦੇ ਵਿੱਚ। 15 ਗੁਣਾ 15 ਗੁਣਾ 15, 15 ਨੂੰ ਪਹਿਲਾਂ 15 ਨਾਲ ਗੁਣਾ ਕਰਨਾ ਹੈ 225, ਫਿਰ 15 ਨੂੰ ਗੁਣਾ ਕਰੋਗੇ 3375 ਸਾਡਾ ਜਿਹੜਾ ਉੱਤਰ ਆਏਗਾ। ਹੁਣ ਅੱਗੇ ਕਈ ਵਾਰ ਪੁੱਛ ਲੈਂਦੇ ਆ ਕਿ ਹਾਰਡੀ ਰਾਮਾਨੁਜਨ ਸੰਖਿਆਵਾਂ ਕਿਹੜੀਆਂ ਹਨ। ਦੇਖੋ, ਇਹਨਾਂ ਸੰਖਿਆਵਾਂ ਨੂੰ ਕੁਝ ਹੋਰ ਸੰਖਿਆਵਾਂ ਦੇ ਘਣਾਂ ਦੇ ਜੋੜ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਸਮ ਆਫ ਦੇਅਰ ਕਿਊਬਸ ਦੇ ਫਾਰਮ ਦੇ ਵਿੱਚ ਲਿਖਿਆ ਜਾ ਸਕਦਾ ਹੈ। ਜਿੱਦਾਂ 1729 ਹੈ, 1729, ਇਹਨੂੰ ਆਪਾਂ ਲਿਖ ਸਕਦੇ ਹੋ ਬੱਚਿਓ 12 ਦਾ ਕਿਊਬ ਅਤੇ 1 ਦਾ ਕਿਊਬ। ਤੁਸੀਂ ਕਰਕੇ ਵੀ ਦੇਖ ਸਕਦੇ ਹੋ। 12 ਦਾ ਕਿਊਬ ਆਪਾਂ ਉੱਪਰ ਦੇਖਿਆ 1728 ਜਮਾ 1 ਦਾ ਕਿਊਬ 1 ਅਤੇ ਇਹ ਸਾਡੇ ਕੋਲ ਜਿਹੜਾ ਆ ਜਾਏਗਾ ਉੱਤਰ ਉਹ ਆ ਜਾਏਗਾ 1729। ਇਹਨੂੰ ਆਪਾਂ ਹੋਰ ਕਿਸ ਤਰ੍ਹਾਂ ਲਿਖ ਦਿੰਦੇ ਹਾਂ, 10 ਦਾ ਕਿਊਬ, 10 ਦਾ ਘਣ, 10 ਨੂੰ 3 ਵਾਰੀ ਗੁਣਾ ਕਰੋ, 9 ਨੂੰ 3 ਵਾਰੀ ਗੁਣਾ ਕਰੋ, ਫਿਰ ਜੋੜੋ, ਅਤੇ ਇਹ ਜਿਹੜਾ ਇਸ ਤਰ੍ਹਾਂ ਆਪਾਂ ਇਹਨੂੰ ਲਿਖ ਸਕਦੇ। ਹੋਰ ਕਿਹੜੀ ਹੈ ਜੀ, 4104, 2 ਦਾ ਘਣ ਅਤੇ 16 ਦਾ ਘਣ, ਇਹਨੂੰ 9 ਦਾ ਘਣ ਅਤੇ 15 ਦਾ ਘਣ, 18 ਦਾ ਅੱਗੇ ਰਕਮ ਹੈਗੀ 13832। ਤਾਂ ਮਤਲਬ ਤੁਸੀਂ ਆਹ 3 ਰਕਮਾਂ ਯਾਦ ਕਰਕੇ ਰੱਖ ਸਕਦੇ ਹੋ ਕਿ ਜੇ ਪੁੱਛ ਲਿਆ ਜਾਵੇ ਕਿ ਹਾਰਡੀ ਰਾਮਾਨੁਜਨ ਸੰਖਿਆਵਾਂ ਕਿਹੜੀਆਂ ਹਨ। 1729, 1729, 4104, 4104, 13832, 13832। ਮਤਲਬ ਆਪਾਂ ਇਹਨਾਂ ਨੂੰ ਕੀ ਹੈ, ਕੁਝ ਹੋਰ ਸੰਖਿਆਵਾਂ ਦੇ ਘਣਾਂ ਦੇ ਜੋੜ ਦੇ ਰੂਪ ਵਿੱਚ ਸਮ ਆਫ ਦੇਅਰ ਕਿਊਬਸ ਦੇ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਇਹਨਾਂ ਨੂੰ ਬੋਲਦੇ ਹਾਂ ਆਪਾਂ ਹਾਰਡੀ ਰਾਮਾਨੁਜਨ ਸੰਖਿਆਵਾਂ। ਇਹ ਚੀਜ਼ ਹੁਣ ਤੁਸੀਂ ਯਾਦ ਰੱਖਣੀ ਹੈ। ਹੁਣ ਪੰਜਾਬ ਅਚੀਵਮੈਂਟ ਸਰਵੇ ਜਿਹੜਾ ਕਿ ਥੋੜ੍ਹੇ ਦਿਨਾਂ ਵਿੱਚ ਹੀ ਹੋਣ ਜਾ ਰਿਹਾ ਹੈ, ਉਹਦੇ ਰਿਲੇਟਿਡ ਕੁਐਸਚਨਸ ਕੀ ਹੈਗੇ ਹੈ। ਪਹਿਲਾ ਕੁਐਸਚਨ ਹੈ ਬੱਚਿਓ, 1 ਤੋਂ 100 ਦੇ ਵਿਚਕਾਰ ਉਹ ਕਿਹੜੀ ਸੰਖਿਆ ਹੈ ਜੋ ਕਿਸੇ ਸੰਖਿਆ ਦਾ ਵਰਗ ਵੀ ਹੈ ਅਤੇ ਘਣ ਵੀ ਹੈ। ਹੁਣ ਦੇਖੋ, ਵਰਗ ਵਾਲਾ ਜਿਹੜਾ ਚੈਪਟਰ ਸੀ ਉਹ ਪਿਛਲਾ ਸੀਗਾ। ਹੁਣ ਦੇਖੋ ਇਹਦੇ ਵਿੱਚੋਂ ਵਰਗ ਦਾ ਮਤਲਬ 2 ਵਾਰੀ, ਘਣ ਦਾ ਮਤਲਬ 3 ਵਾਰੀ। ਆਪਾਂ ਉਹ ਰਕਮ ਲੱਭਣੀ ਇਹਨਾਂ ਵਿੱਚੋਂ 4 ਆਪਸ਼ਨਾਂ ਵਿੱਚੋਂ ਜਿਹੜੀ ਕਿਸੇ ਸੰਖਿਆ ਨੂੰ ਵਰਗ ਵੀ ਹੈ, ਮਤਲਬ ਜਿਹਨੂੰ 2 ਵਾਰੀ ਗੁਣਾ ਕਰਕੇ ਆ ਜਾਂਦਾ ਹੈ। ਜਿੱਦਾਂ ਹੁਣ ਦੇਖੋ 16 ਦੀ ਆਪਾਂ ਪਹਿਲਾਂ ਗੱਲ ਕਰੀਏ, 4 ਦਾ ਵਰਗ ਹੁੰਦਾ 4 ਚੌਕੇ 16, ਪਰ 16 ਕਿਸੇ ਵੀ ਸੰਖਿਆ ਦਾ ਘਣ ਨਹੀਂ ਹੈ। ਕਿਸੇ ਵੀ ਸੰਖਿਆ ਨੂੰ 3 ਵਾਰੀ ਗੁਣਾ ਕਰੋਗੇ ਤਾਂ 16 ਨਹੀਂ ਆਉਂਦਾ। 36 6 ਦਾ ਵਰਗ ਹੈ ਪਰ ਘਣ ਨਹੀਂ ਹੈ। 64 8 ਦਾ ਵਰਗ ਹੁੰਦਾ 64, 8 ਦੀ ਪਾਵਰ 2 ਕਰੋ, ਸਕੇਅਰ ਕਰੋ, 8 ਦਾ ਸਕੇਅਰ ਹੈ 64, ਅਤੇ 4 ਦਾ ਜਿਹੜਾ ਘਣ ਹੈ ਉਹ ਵੀ 64 ਹੁੰਦਾ। ਮਤਲਬ 4 ਦੀ ਪਾਵਰ 3, ਕਿਊਬ ਆਫ 4 ਇਜ਼ ਆਲਸੋ 64, ਮਤਲਬ 4 ਦਾ ਘਣ 64 ਹੈ। ਤਾਂ ਇਹ ਰਕਮ ਉਹਨਾਂ ਨੇ ਕਿਹਾ ਸੀ ਜਿਹਦਾ ਕਿਸੇ ਸੰਖਿਆ ਦਾ ਵਰਗ ਵੀ ਹੈ ਅਤੇ ਘਣ ਵੀ ਹੈ। 64 ਇੱਕ ਰਕਮ ਆ ਗਿਆ ਸਾਡੇ ਕੋਲ, ਉੱਤਰ ਆ ਗਿਆ ਕਿ ਜਿਹੜਾ 8 ਦਾ ਵਰਗ ਹੈ ਅਤੇ 4 ਦਾ ਜਿਹੜਾ ਘਣ ਹੈ। ਤਾਂ 64 ਇੱਦਾਂ ਦੀ ਰਕਮ ਹੈ ਜਿਹੜੀ ਕਿਸੇ ਸੰਖਿਆ ਦਾ ਵਰਗ ਵੀ ਹੈਗੀ ਹੈ ਅਤੇ ਘਣ ਵੀ ਹੈਗੀ ਹੈ। ਠੀਕ ਹੈ ਬੱਚਿਓ। ਅੱਛਾ, ਅਗਲਾ ਸਵਾਲ ਹੈਗਾ ਜੀ, 1 ਤੋਂ 1000 ਤੱਕ ਕੁੱਲ ਕਿੰਨੀਆਂ ਸੰਖਿਆਵਾਂ ਪੂਰਨ ਘਣ ਹਨ। ਮਤਲਬ ਜਿਹੜੀ ਕਿਸੇ ਸੰਖਿਆ ਨੂੰ 3 ਵਾਰੀ ਗੁਣਾ ਕਰਨ 'ਤੇ ਆ ਜਾਂਦੀ ਰਕਮ। ਜਿੱਦਾਂ ਹੁਣ ਆਪਾਂ ਆਹ ਪੜ੍ਹੀਆਂ ਉੱਪਰ ਦੇਖੋ, ਸਭ ਤੋਂ ਪਹਿਲਾਂ ਆਹ ਪੜ੍ਹੀਆਂ ਆਪਾਂ, 1 ਕਿਹਦਾ ਘਣ ਹੈ 1 ਦਾ, 8 ਕਿਹਦਾ ਘਣ ਹੈ 2 ਦਾ, 27 3 ਦਾ, 64 4 ਦਾ, 125 5 ਦਾ, 216 6 ਦਾ, 343 7 ਦਾ, 512 8 ਦਾ, 729 9 ਦਾ, 1000 10 ਦਾ। ਤਾਂ ਮਤਲਬ ਉਹਨਾਂ ਨੇ ਕੀ ਪੁੱਛਿਆ ਸੀਗਾ ਕਿ 1 ਤੋਂ 1000 ਤੱਕ ਕੁੱਲ ਕਿੰਨੀਆਂ ਸੰਖਿਆਵਾਂ ਹਨ, ਕਿੰਨੀਆਂ ਸੰਖਿਆਵਾਂ ਪੂਰਨ ਘਣ ਹਨ। ਤਾਂ ਇਹਦਾ ਉੱਤਰ ਕੀ ਆਏਗਾ 10। ਆਪਾਂ ਪਹਿਲਾਂ 10 ਦਾ ਆਪਾਂ ਪੜ੍ਹਿਆ, ਦੇਖੋ 10 ਦਾ ਘਣ ਜਿਹੜਾ 1000 ਆ ਗਿਆ ਸੀ, ਅਤੇ 1 ਤੋਂ 1000 ਦੇ ਵਿੱਚ ਪੁੱਛਿਆ ਸੀ, ਅਤੇ ਸਾਡੇ ਕੋਲ ਕਿੰਨੀਆਂ ਸੰਖਿਆਵਾਂ ਜਿਹੜੀਆਂ ਹੈਗੀਆਂ 1 ਤੋਂ 1000 ਤੱਕ ਕੁੱਲ ਕਿੰਨੀਆਂ ਸੰਖਿਆਵਾਂ ਪੂਰਨ ਘਣ ਹਨ, ਅਤੇ 10 ਆ ਗਈਆਂ ਸਾਡੇ ਕੋਲ। ਠੀਕ ਹੈ ਬੱਚਿਓ, ਇਹਨੂੰ ਹੁਣ ਤੁਸੀਂ ਰਿਵਾਈਜ਼ ਕਰਨਾ ਅਤੇ ਨਾਲ ਕੁਐਸਚਨ ਜਿਹੜੇ ਹੈਗੇ ਆ ਜ਼ਰੂਰ ਕਰਿਆ ਕਰੋ। ਪੰਜਾਬ ਅਚੀਵਮੈਂਟ ਸਰਵੇ ਦੇ ਨਾਲ ਹਾਊ ਮੈਨੀ ਪਰਫੈਕਟ ਕਿਊਬ ਨੰਬਰ ਇੰਗਲਿਸ਼ ਵਾਲਿਆਂ ਵਾਸਤੇ ਫਰੋਮ 1 to 1000 ਦੇਅਰ ਆਰ 10 ਐਂਡ ਫਾਈਂਡ ਦਾ ਨੰਬਰ ਬਿਟਵੀਨ 1 and 100 ਵਿਚ ਇਜ਼ ਅ ਸਕੇਅਰ ਐਜ਼ ਵੈਲ ਐਜ਼ ਕਿਊਬ, ਤਾਂ ਦੈਟ ਇਜ਼ 64। ਮੈਂ ਹੁਣੇ ਸਮਝਾਇਆ ਕਿ 8 ਦਾ ਸਕੇਅਰ ਕਰੋ 64 ਐਂਡ 4 ਦਾ ਕਿਊਬ ਕਰੋ ਤਾਂ ਵੀ 64। ਇਹਨਾਂ ਬਾਕੀਆਂ ਵਿੱਚੋਂ ਹੋਰ ਕੋਈ ਨੰਬਰ ਨਹੀਂ ਆ ਰਿਹਾ ਜਿਹੜਾ ਸਕੇਅਰ ਵੀ ਹੋਵੇ ਅਤੇ ਕਿਊਬ ਵੀ ਹੋਵੇ, ਬੋਥ ਹੋਵੇ।
ਸਕੁਏਅਰ ਤਾਂ ਆ ਰਹੇ ਹੈ ਪਰ ਕਿਊਬ ਨਹੀਂ ਆ ਰਹੇ। ਠੀਕ ਹੈ ਬੱਚਿਓ, ਤੇ ਹੋਪ ਤੁਸੀਂ ਇਹਨੂੰ ਚੰਗੀ ਤਰ੍ਹਾਂ ਕਰੋਗੇ। ਜੇ ਕੋਈ ਮੁਸ਼ਕਲ ਆਉਂਦੀ ਤਾਂ ਮੈਨੂੰ ਪੁੱਛ ਸਕਦੇ ਹੋ।